दोस्तों मैं अमरजोत सिंह बोल रहा एक्चुअली अप्रैल 15 तरीक हो गई है इंडिया तो अप्रैल 14 चल रही है कैनेडा 1:30 बजे ऑटवा टाइम मंत्री साहब ने कुछ एक धमाका करता है ਜਿਹੜੇ ਪਾਥਵੇਜ਼ ਖੋਲਤੇ हैं ਜਿਹੜੇ काफ़ी सारे 90,000 ਉਹਦੇ ਬਾਰੇ ਹੌਲੀ ਹੌਲੀ ਕਰਕੇ ਦੇਖਦੇ ਹਾਂ ਅੰਦਰ ਕੀ ਡਿਟੇल्स ਕੀ ਹੈ ਅੰਦਰ ਰਾਜ਼ ਕੀ ਹੈ ਅੰਦਰ ਉਹਦੇ ਕਿਹਨੂੰ ਫਾਇਦਾ ਹੋ ਸਕਦਾ ਹੈ ਤੇ ਕੀ ਕਰਨਾ ਹੈ ਮੇਰੇ ਨਾਲ ਸੁਖਮਨ ਸੰਧੂ ਜੁੜ ਚੁੱਕੇ हैं ਕੈਨੇਡਾ ਤੋਂ ਸੁਖਮਨ ਜੀ ਸਤਿ ਸ਼੍ਰੀ ਅਕਾਲ आवाज थोड़ी ऊपर वॉल्यूम थोड़ा घट गया थोड़ा सा आवाज थोड़ा गला गला खोल लो बस जस्ट अ लिटिल बिट स्क्रीन पे नजर आ रहा है न्यू पाथवे टू परमानेंट रेसिडेंस फॉर 90,000 एसेंशियल टेम्परेरी वर्कर्स एंड ग्रेजुएट्स नजर आ रहा है सुखमन? हाँ जी सर आ रहा है 90,000 एसेंशियल टेम्परेरी वर्कर्स एंड ग्रेजुएट्स ਨੂੰ ਇਹ ਫਾਇਦਾ ਪਹੁੰਚਾਉਣ ਦੀ ਗੱਲ ਕਰ ਰਹੇ हैं सो मैं काफ़ी कुछ ये सारा इंट्रोडक्शन मैं इग्नोर कर देंगे जो मैं कुछ पहला हाईलाइट कर रखे हैं टिपिकली जिन्होंने को कैनेडियन वर्क एक्सपीरियंस है या तो हेल्थ केयर प्रोफैशन या एसेंशियल ऑक्यूपेशंस उन्होंने फायदा पहुँचेगा आप देखते हैं किस तरह है ये 3 स्ट्रीमां रखी इन्होंने 20,000 एप्लीकेशंस नज़र आ रहे स्क्रीन पर इन हेल्थ केयर 30,000 applications in essential occupations ਤੇ 40,000 applications for international students so ਪਹਿਲੀ तो 50,000 applications है temporary workers ਲਈ ਹੈ ਤੇ ਤੀਸਰੀ ਹੈ ਜਿਹੜੇ international students who have graduated recently so application stream ਨਵੰਬਰ 5 ਤੱਕ ਸੋਚਦੇ ਕਿ ਵੀ ਖੁੱਲੀ ਰਹੇਗੀ until they have reached the limit ਉਮੀਦ ਕੀਤੀ ਜਾ ਰਹੀ ਹੈ ਕਿ within ਹਫਤੇ if not within few days ਇਹ ਸਾਰਾ ਭਰ ਜਾਏਗਾ ਇਹ ਹੈ ਕਿ ਜੇਕਰ ਕਿ ਇਹਦਾ ਵੀ ਬੈਕਗਰਾਉਂਡ ਉਹਨਾਂ ਨੇ ਦਿੱਤਾ ਹੋਇਆ ਕਿਉਂ ਇਹ ਇਹਨਾਂ ਨੇ ਕੀਤਾ ਇਸ ਤਰ੍ਹਾਂ ਕਿਸ ਤਰ੍ਹਾਂ ਕੀਤਾ ਉਹਦਾ ਮੈਂ ਤੁਹਾਨੂੰ ਦੱਸਣਾ ਫੈਕਟਸ ਹੈ ਕਿਉਂਕਿ ਕੋਵਿਡ ਕਰਕੇ ਸਾਰੇ ਹੈਲਥ ਕੇਅਰ ਆਕੂਪੇਸ਼ਨਸ 95 ਐਸੈਂਸ਼ੀਅਲ ਜੌਬਸ ਵਗੈਰਾ ਕੇਅਰ ਗਿਵਿੰਗ ਫੂਡ ਪ੍ਰੋਡਕਸ਼ਨ ਡਿਸਟ੍ਰੀਬਿਊਸ਼ਨ ਵਗੈਰਾ ਕਾਫੀ ਲੋਕ ਕੰਮ ਕਰ ਰਹੇ ਹਨ ਜਿਹੜੇ ਐਸੈਂਸ਼ੀਅਲ ਟੂ ਕੋਵਿਡ ਹੈ ਉਹਨਾਂ ਨੂੰ ਪੱਕੇ ਕਰਨ ਲਈ ਇੱਕ ਇਹਨਾਂ ਦਾ ਪ੍ਰਯਾਸ ਹੈ ਤੇ ਦੂਸਰਾ ਟਿਪੀਕਲੀ ਵਿਚ ਇਜ਼ ਪਰਮਾਨੈਂਟਲੀ ਓਕੇ ਦੈਟਸ ਫਾਈਨ ਜਿਹੜੇ ਲੋਕ ਆਲਰੇਡੀ ਇੱਥੇ ਆ ਚੁੱਕੇ हैं ਜਿਹੜੇ ਆਲਰੇਡੀ ਵਿਦਨ ਕੈਨੇਡਾ ਰਹਿ ਰਹੇ हैं ਜਿਹੜੇ ਨੇ ਬਾਹਰ ਨਹੀਂ ਜਾਣਾ ਪੜ੍ਹਾਈ ਕਰਨ ਦੇ ਬਾਅਦ ਜਾਂ ਵਰਕ ਪਰਮਿਟ ਬਾਅਦ ਜਿਹਨਾਂ ਨੇ ਪੱਕੇ ਹੋਣਾ ਤੇ ਆਥੋਰਾਈਜ਼ਡ ਟੂ ਵਰਕ ਉਹਨਾਂ ਨੂੰ ਪੱਕੇ ਕਰਨਾ ਉਹਨਾਂ ਨੂੰ ਜ਼ਿਆਦਾ ਵਧੀਆ ਕੰਮ ਲੱਗਦਾ ਕਿ ਇਹ ਇਹਨਾਂ ਨੂੰ ਪੱਕਾ ਕੀਤਾ ਜਾਏ ਸੋ ਦੈਟ ਇਜ਼ ਕਲੀਅਰ ਫ੍ਰੈਂਕੋਫੋਨ ਦੇ ਬਾਰੇ ਮੈਂ ਅੱਜ ਗੱਲ ਨਹੀਂ ਕਰਨੀ ਕਿਉਂਕਿ ਫ੍ਰੈਂਕੋਫੋਨ ਇਹਦੇ ਬਾਰੇ ਮੈਂ ਕਈ ਸਾਲ ਤੋਂ ਕਹਿ ਰਿਹਾ ਕਿ ਵੀ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਫ੍ਰੈਂਚ ਪੜ੍ਹਨਾ ਸ਼ੁਰੂ ਕਰ ਦਿਓ ਜੇਕਰ ਤੁਸੀਂ ਫ੍ਰੈਂਕੋਫੋਨ ਹੋ ਫ੍ਰੈਂਚ ਬੋਲਦੇ ਹੋ ਤੇ ਤੁਹਾਡਾ ਕੋਈ ਕੋਟਾ ਵੀ ਨਹੀਂ ਹੈ ਤੁਸੀਂ ਜਿੱਥੇ ਮਰਜ਼ੀ ਆਲ ਓਵਰ ਕੈਨੇਡਾ ਆਊਟਸਾਈਡ ਕਿਊਬੈਕ ਤੁਸੀਂ ਪੱਕੇ ਹੋ ਸਕਦੇ ਹੋ ਡੈਮੋਗ੍ਰਾਫਿਕ ਚੈਲੰਜਸ ਦੇ ਬਾਰੇ ਗੱਲ ਕੀਤੀ ਹੈ ਕਿ ਵੀ ਇੱਥੇ ਪੋਪੂਲੇਸ਼ਨ ਘਟ ਰਹੀ ਹੈ ਉਹਦੇ ਬਾਰੇ ਆਈ ਡੋਂਟ ਵਾਂਟ ਟੂ ਗੋ ਐਂਡ ਵੇਸਟ ਟਾਈਮ ਇਨ ਦਿਸ ਸੋ ਇਹ लिंक देते हुए हैं सरकारी लिंक टेम्पररी ऊपर 1 2 3 4 4 लिंक देते हुए हैं मैं सिर्फ 2 लिंक ऊपर ਜਿਹੜੇ ਨਾ ਉਹਦੇ ਬਾਰੇ ਗੱਲ ਕਰਨੀ ਹੈ ਫ੍ਰੈਂਚ ਦੇ ਬਾਰੇ ਅੱਜ ਮੈਂ ਗੱਲ ਨਹੀਂ ਕਰਨੀ ਸੋ ਦੇਖਦੇ ਹਾਂ ਕਿ ਫਿਰ ਕਿਸ ਤਰ੍ਹਾਂ ਕੀ ਨਿਕਲਦਾ ਹੈ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਸਕਰੀਨ ਤੇ ਨਜ਼ਰ ਆ ਰਿਹਾ ਸੁਖਮਨ ਹਾਂਜੀ ਸਰ ਆ ਰਿਹਾ ਸਭ ਤੋਂ ਪਹਿਲਾਂ ਕੈਟਾਗਰੀ ਹੈ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਰੀਸੈਂਟਲੀ ਜਿਨ੍ਹਾਂ ਕੋਲ ਰੀਸੈਂਟ ਕ੍ਰੈਡੈਂਸ਼ੀਅਲ ਹੈ ਜਿਹੜੇ ਸਟੂਡੈਂਟ ਵੀਜ਼ਾ ਤੇ ਆ ਚੁੱਕੇ ਹਨ ਜਿਨ੍ਹਾਂ ਨੇ ਪੜ੍ਹਾਈ ਡਿਪਲੋਮਾ ਡਿਗਰੀ ਵਗੈਰਾ ਕਰ ਲਈ ਹੈ ਸੋ ਇਹਨਾਂ ਦੇ ਬਾਰੇ ਦੇਖਦੇ ਹਾਂ ਇਹਨਾਂ ਦੀ ਕੀ ਕੁਆਲੀਫਿਕੇਸ਼ਨ ਕੀ ਐਲੀਜੀਬਿਲਿਟੀ ਰੱਖੀ ਹੈ ਇੱਥੋਂ ਸ਼ੁਰੂ ਕਰਦੇ ਹਾਂ ਜਸਟ ਗੋ ਡਾਊਨ ਐਂਡ ਡਾਊਨ ਐਂਡ ਡਾਊਨ ਹੇਅਰ ਯੂ ਗੋ ਕੰਡੀਸ਼ਨਸ ਨੰਬਰ 1 ਕੰਡੀਸ਼ਨਸ ਹੈ ਕਿ ਜਦੋਂ ਵੀ ਅਪਲਾਈ ਕਰਨਾ PR ਨੂੰ ਅਪਲਾਈ ਕਰਨਾ ਦੇ ਮਸਟ ਹੈਵ ਕੰਪਲੀਟਡ ਦੇਅਰ ਪ੍ਰੋਗਰਾਮ ਆਫ ਸਟੱਡੀ ਨੂੰ ਤੁਸੀਂ ਕੰਪਲੀਟ ਕਰਕੇ you must have got the degree diploma credential जो भी कुछ है काफ़ी कुछ rules लिखे हुए हैं I will not go under it you know public post secondary private post secondary in Quebec बड़ा हुआ अगर Canadian private institution है तो degree होना चाहिए मतलब ये ना हो कि तुसी जी academy of learning तो तुसी diploma करके आ गए या फलाना कुछ करके मतलब कि अगर जो private है तो फिर degree लोड है so this is something that you know outside ਨਾਲ ਕੁਝ ਮੈਂ ਐਡ ਕਰਦਾ ਜਾਊਂਗਾ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹ ਜਨਵਰੀ 2017 ਤੋਂ ਬਾਅਦ ਚ ਕੰਪਲੀਟ ਹੋਣੀ ਚਾਹੀਦੀ ਹੈ ਉਸ ਤੋਂ ਪਹਿਲਾਂ ਵਾਲੀ ਜਿਹੜੀ ਗੱਲ ਨਹੀਂ ਦੂਸਰਾ ਕਿਊਬਿਕ ਦੇ ਜਿਹੜੇ ਕਾਲਜਸ ਆ ਜਿਵੇਂ ਕੋਈ ਪ੍ਰਾਈਵੇਟ ਕਾਲਜਸ ਆ ਕਿਊਬਿਕ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਆ ਸੋ ਉਹ ਜਿਹੜੇ ਆ ਉਹਨਾਂ ਦੇ ਜਿਹੜੇ ਸਟੂਡੈਂਟ ਆ ਉਹ ਵੀ ਐਲੀਜੀਬਲ ਆ ਬਟ ਇਹਦੇ ਚ ਥੋੜੀ ਜਿਹੀ ਸ਼ਰਤ ਉਹਨਾਂ ਨੇ ਇਹ ਰੱਖੀ ਆ ਕਿ ਸਟੱਡੀ ਭਾਵੇਂ ਤੁਸੀਂ ਬੇਸ਼ੱਕ ਕਿਊਬਿਕ ਤੋਂ ਕੀਤੀ ਆ ਬਟ ਤੁਸੀਂ ਇਸ ਟਾਈਮ ਰਹਿ ਕਿਸੇ ਹੋਰ ਪ੍ਰੋਵਿੰਸ ਚ ਰਹੇ ਜੇ ਮਤਲਬ ਕਿਊਬਿਕ ਵਾਲੇ ਜਿਹੜੇ ਆ ਉਹ ਜਿਹੜੇ ਇਸ ਟਾਈਮ ਕਿਊਬਿਕ ਚ ਰਹਿ ਰਹੇ ਆ ਉਹ ਐਲੀਜੀਬਲ ਨਹੀਂ ਆ ਉਹ ਨਹੀਂ ਅਪਲਾਈ ਕਰ ਸਕਦੇ ਹਾਂ ਜੇ ਉਹ ਉਦੋਂ ਤੱਕ ਉਸ ਟਾਈਮ ਤੱਕ ਮੂਵ ਹੋ ਕੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਚਲੇ ਜਾਂਦੇ ਆ ਫਿਰ ਉਹ ਐਲੀਜੀਬਲ ਹੋ ਜਾਣਗੇ ਨੂੰ ਅਪਲਾਈ ਕਰਨ ਦੇ That's correct so ਪਹਿਲਾ ਪੁਆਇੰਟ ਹੈ ਜੇ ਇੱਥੇ ਆਲਰੇਡੀ ਲਿਖਿਆ ਹੋਇਆ ਹੈ ਕਿ no earlier than January 2017 that means in the past
4 years in the past 4 साल के दौरान इन्होंने पढ़ाई की है। इस तो पुराने लोग जिहड़े ना वो ये तो फायदा नहीं ले सकते। So you're right about this. Canadian public institution degrees have been granted. काफ़ी डिग्रियाँ लिखी हुई हैं, काफ़ी बैचलर्स मास्टर्स डिग्री डिप्लोमा वगैरह वगैरह। ये has to be minimum at least 8 months। 8 months तो थल्ले तो कोई कम है ही नहीं, वैसे 8 months तो है ही है। combined length should be whatever must be equal to, and the combined length अगर दो कर रहे हैं then at least 16 months in duration। DBS and ABS, this is Quebec I think। I don't know what is DBS ABS। Quebec ਦਾ ਹੁੰਦਾ ਹੈ ਕੰਮ ਇਹ DBS ABS। आज ਜਿਹੜਾ ਲਿਖਿਆ DBS and ABS। ਸਰ ਇਹਦੇ ਚ ਉਹਨਾਂ ਨੇ ਜਿਹੜੀ ਪਾਈ ਆ ਕਿ ਉਹ ਸਟੱਡੀ ਮਸਟ ਵੀ ਜਿਹੜੀ 900 ਘੰਟੇ ਤੋਂ ਜਿਹੜੀ ਆ ਉੱਪਰ ਹੋਣੀ ਚਾਹੀਦੀ ਆ, ਜਾਂ 900 ਘੰਟੇ ਦੀ ਹੋਣੀ ਚਾਹੀਦੀ ਆ, ਉਸ ਤੋਂ ਨੀਚੇ ਨਹੀਂ ਹੋਣੀ ਚਾਹੀਦੀ। ਤੇ ਜਿਹੜੀ ABS ਸਟੱਡੀ ਆ ਉਹ ਜਿਹੜੀ ਆ ਉਹਦੇ 1800 ਘੰਟੇ ਹੋਣੀ ਚਾਹੀਦੀ। ये DBS ABS ਦਾ ਫੁੱਲ ਫਾਰਮ ਕੀ ਹੈ? ਕਿਊਬੈਕ ਵਾਲੇ ਕੁਝ ਫ੍ਰੈਂਚ ਜਾਂਦੇ ਉਹਦਾ ਕੀ ਦਾ ਫੁੱਲ ਫਾਰਮ ਹੈ ਪਤਾ ਕੁਝ? ਸਰ ਇਸ ਬਾਰੇ ਮੈਨੂੰ ਇਹਦੇ ਫੁੱਲ ਫਾਰਮ ਬਾਰੇ ਨਹੀਂ ਇਹਦੇ ਨੌਲੇਜ। ਜੀ ਹੈ ਉਧਰ ਦਾ ਕਿਊਬੈਕ ਦੇ ਪਾਸੇ ਉਹ ਚੱਲਦਾ ਹੈ DBS ABS ਕਿਉਂਕਿ ਉਧਰ ਜਿਹੜੇ ਮੋਸਟਲੀ ਜਿਹੜੇ ਕੋਰਸਸ ਹੁੰਦੇ ਆ ਉਹਨਾਂ ਨੂੰ ਉਹ ਕੈਲਕੂਲੇਟ ਕਰਦੇ ਆਵਰਸ ਦੇ ਵਿੱਚ। ਸੋ ਇਹ ਉਹਨਾਂ ਦਾ ਸਿਸਟਮ ਹੈ ਕਿ ਉਹ ਕਿਸ ਤਰ੍ਹਾਂ ਕਰਦੇ ਕੈਲਕੂਲੇਟ। ਈਚ ਪ੍ਰੋਗਰਾਮ ਮਸਟ ਬੀ ਐਟਲੀਸਟ 900 ਘੰਟੇ ਤੇ ਕੰਬਾਈਨਡ ਪ੍ਰੋਗਰਾਮ ਮਸਟ ਬੀ ਐਟਲੀਸਟ 1800 ਘੰਟੇ। ਇਹ ਦੇਖ ਲਓ ਤੁਸੀਂ ਆਪਣਾ ਪ੍ਰੋਗਰਾਮ ਕਿੰਨੇ ਘੰਟੇ ਕਰ ਰਹੇ ਹੋ। ਦੈਟਸ ਓਕੇ। all right, so which is again no earlier than January 2017 ਦੇ ਬਾਅਦ ਦੀ ਕੋਰਸਿਸ ਦੀ ਗੱਲ ਕਰ ਰਹੇ ਹਾਂ। ਇਹ ਨਹੀਂ ਕਿ ਤੁਸੀਂ ਪੁਰਾਣਾ ਕੋਰਸ ਲੈ ਕੇ ਆ ਗਏ, ਇਸ ਤਰ੍ਹਾਂ ਨਹੀਂ। ਇਹ ਜਿਹੜੇ ਤੁਸੀਂ ਪੜ੍ਹਾਈ ਤੇ ਕਰ ਲਈ, ਪੜ੍ਹਾਈ ਦੇ ਬਾਅਦ ਯੂ ਮਸਟ ਬੀ ਇੰਪਲੋਇਡ ਇਨ ਕੈਨੇਡਾ। ਨੰਬਰ D ਦੇਖਿਆ ਤੁਸੀਂ? ਸਟੂਡੈਂਟ ਨੇ ਕ੍ਰੈਡੈਂਸ਼ੀਅਲ ਤੇ ਲੈ ਲਿਆ ਇਹਦਾ ਮਤਲਬ ਇਹ ਨਹੀਂ ਕਿ ਕ੍ਰੈਡੈਂਸ਼ੀਅਲ ਲੈ ਕੇ ਤੁਸੀਂ ਸਿੱਧੇ PR ਲੱਗ ਜਾਏਗੀ। ਦੈਟ ਮੀਨਸ ਕਿ ਯੂ ਮਸਟ ਬੀ ਇੰਪਲੋਇਡ। ਤੁਹਾਡੇ ਕੋਲ ਇੱਕ ਨੌਕਰੀ ਚੱਲ ਰਹੀ ਹੋਣੀ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਇਨਫ ਐਕਸਪੀਰੀਅੰਸ ਹੈ। ਸੋ ਕਈ ਲੋਕ ਆਪਣੇ ਜਿਸ ਤਰ੍ਹਾਂ BC-PNP ਜਾਂ ਮੈਨੀਟੋਬਾ ਸੈਸਕੈਚੁਆਨ ਉੱਥੇ ਮਿਨੀਮਮ ਹੈ ਕਿ ਵੀ ਯੂ ਨੀਡ ਸਮ 6 months 9 months ਐਕਸਪੀਰੀਅੰਸ। ਇਸ ਪ੍ਰੋਗਰਾਮ ਦੇ ਤਹਿਤ ਮਤਲਬ ਜ਼ੀਰੋ ਐਕਸਪੀਰੀਅੰਸ ਇਜ਼ ਨੀਡਡ ਬਟ ਐਟਲੀਸਟ ਯੂ ਮਸਟ ਬੀ ਵਰਕਿੰਗ। ਸੋ ਆਪਾਂ ਇਹ ਪੜ੍ਹ ਲਈਏ ਦੁਬਾਰਾ ਤੋਂ। ਨੰਬਰ D, be employed in Canada with valid work permit like a PG work permit at the time of application and must not be self-employed। That's it। ਇਹਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਮਿਨੀਮਮ ਤੁਸੀਂ 1 ਸਾਲ ਪੜ੍ਹ ਰਹੇ ਹੋ whatever। let's see ਅਗਰ ਹੈ ਤੇ you will see through it but ਹੁਣ ਤੱਕ ਤੇ ਨਜ਼ਰ ਨਹੀਂ ਆਇਆ। CLB level English level 5 which is not much, so CLB level 5 I'll go through it। reside in Canada with temporary valid status। that means if you have a PG work permit or pretty much is okay, or be eligible to restore your status। ਕਈ ਲੋਕ ਜਿਹੜੇ out of status ਹੋ ਰਹੇ हैं, ਅਗਰ if you are working but you can be restored to status then you are also eligible, so that's fine। number F ਦੀ ਗੱਲ ਕਰ ਰਹੇ ਹਾਂ। number F intent to reside in ਅਕੋਰਡਿੰਗ ਟੂ ਜਿਹੜੇ ਕੈਨੇਡੀਅਨ ਗਵਰਨਮੈਂਟ ਦੇ ਲਾਸਟ ਪ੍ਰੋਗਰਾਮ ਕਿ 31 ਅਗਸਤ ਤੱਕ ਤੇ ਜਿੰਨੇ ਵੀ ਆ ਉਹ ਸਾਰੇ ਹੀ ਹੁਣ ਜਿਹੜੇ ਰੀਸਟੋਰ ਕਰਨ ਲਈ ਜਿਹੜੇ ਐਲੀਜੀਬਲ ਆ। ਸੋ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਕਿਸੇ ਨੂੰ ਜ਼ਿਆਦਾ ਕੋਈ ਪ੍ਰੋਬਲਮ ਹੋਊਗੀ। ਜੀ so intent to reside other than Quebec। ਇਹ Quebec ਦੇ ਬਾਹਰ ਦਾ ਕੰਮ ਹੈ ਸਾਰਾ। you are right about this। ਇਹ Quebec ਦੇ ਬਾਹਰ ਦਾ ਕੰਮ ਹੈ। that means ਕਿ Quebec ਦੇ ਅੰਦਰ ਨਹੀਂ ਹੈ। you must be living outside Quebec even though ਪੜ੍ਹਾਈ ਤੁਸੀਂ ਸ਼ਾਇਦ Quebec ਦੀ ਕੀਤੀ ਹੋਈ ਹੈ। ਸੋ ਨੰਬਰ H ਹੈ ਕਿ ਵੀ ਐਪਲੀਕੇਸ਼ਨ ਆਫ PR। ਇਹ ਸਾਰੇ ਫਾਰਮਸ ਵਾਲਾ ਹਾਲੀ ਦਿੱਤੇ ਨਹੀਂ ਗਏ, ਇਹ ਫਾਰਮਸ ਅਨਾਊਂਸ ਹੋਣੇ ਹੈ ਤੇ ਆਈ ਐਮ ਪ੍ਰੀਟੀ ਸ਼ੋਰ ਕਿ ਦਿਸ ਇਜ਼ ਐਨ ਆਨਲਾਈਨ ਐਪਲੀਕੇਸ਼ਨ। ਆਨਲਾਈਨ ਇਹ ਐਪਲੀਕੇਸ਼ਨ ਜਿਸ ਵੇਲੇ ਹੋਏਗੀ ਤਦ ਮਤਲਬ ਤੁਸੀਂ ਅਪਲਾਈ ਕਰੋਗੇ। ਇਹਦੇ ਲਈ ਇੱਕ ਜਿਹੜੇ ਲੋਕ ਸੁਣ ਰਹੇ ਜਿਹਨੇ ਅਪਲਾਈ ਕਰਨਾ, ਮੈਂ ਉਹਦੇ ਫਾਰਮ ਤਿਆਰ ਕਰ ਦਿਆਂਗਾ। ਜੇਕਰ ਤੁਸੀਂ ਆਪਣੀ ਫਾਈਲ ਅਗਰ ਰਜਿਸਟਰ ਕਰਨਾ ਚਾਹੁੰਦੇ ਹੋ ਤੁਸੀਂ ਡਾਇਰੈਕਟਲੀ ਆਪਣੇ ਡਾਕੂਮੈਂਟਸ ਇੱਕ ਕਰਕੇ ਜੋ ਇਹਨਾਂ ਦੀ ਰਿਕੁਆਇਰਮੈਂਟ ਜਿਸ ਤਰ੍ਹਾਂ ਇੰਗਲਿਸ਼ ਹੈ, ਵਰਕ ਪਰਮਿਟ ਹੈ, ਅਗਰ ਐਕਸਪੀਰੀਅੰਸ ਹੈ, ਕ੍ਰੈਡੈਂਸ਼ੀਅਲ ਹੈ, ਸਾਰੇ ਅਪਲੋਡ ਕਰਕੇ ਤੁਸੀਂ ਸਾਨੂੰ ਦੇ ਸਕਦੇ ਹੋ ਤੇ ਅਸੀਂ ਤੁਹਾਡੀ ਬਹੁਤ ਤਿਆਰੀ ਕਰ ਦਿਆਂਗੇ। ਕਿਉਂਕਿ ਜਦ ਇਹ ਕੰਮ ਖੁੱਲ੍ਹਣਾ ਹੈ ਤੇ ਮੇਰੇ ਖਿਆਲ ਹੈ ਕਿ ਫਟਾਫਟ ਮੇਰੇ ਖਿਆਲ ਕੁਛ ਹੀ ਘੰਟਿਆਂ ਦੇ ਅੰਦਰ ਨਾਲ ਕੋਟਾ ਭਰ ਜਾਏ। ਸੋ ਪਹਿਲਾਂ ਤਿਆਰੀ ਹੋਏਗੀ ਤੇ ਆਈ ਥਿੰਕ ਇਟ ਮਾਈਟ ਬੀ ਅ ਗੁੱਡ ਆਈਡੀਆ। ਸੋ ਆ ਲਿਖਿਆ ਵੀ ਹੈ ਐਕਚੁਅਲੀ ਦੇਖੋ ਅਪਲਾਈ ਆਨਲਾਈਨ ਪ੍ਰੀਟੀ ਮਚ। ਆਈ ਥਿੰਕ ਦੇ ਆਰ ਮੇਕਿੰਗ ਇੰਡੀਕੇਸ਼ਨ ਕਿ ਵੀ ਇਹ ਸਾਰਾ ਕੰਮ ਆਨਲਾਈਨ ਹੀ ਹੋਏਗਾ ਸ਼ਾਇਦ ਇਲੈਕਟ੍ਰੋਨਿਕ ਮੀਨਸ। ਸੋ that is it। that's all it is। ਫੈਮਿਲੀ ਮੈਂਬਰਸ ਜਿਹੜੇ ਆਲਰੇਡੀ ਕੈਨੇਡਾ ਵਿੱਚ ਆਏ ਹੋਏ ਹੈ ਉਹਨਾਂ ਦਾ ਵੀ ਲੱਗ ਜਾਏਗਾ ਨਾਲ। ਜੇਕਰ ਬਾਹਰ ਵੀ ਹੈ ਫਿਰ ਵੀ ਅਗਰ ਉਹਨਾਂ ਦਾ ਅਗਰ ਨਾਮ ਅਗਰ ਐਡ ਕੀਤਾ ਹੋਇਆ ਇਫ ਦ ਪ੍ਰਿੰਸੀਪਲ ਐਪਲੀਕੈਂਟ ਇਜ਼ ਇਨ ਕੈਨੇਡਾ ਤਾਂ ਉਹਨਾਂ ਨੂੰ ਵੀ ਫਾਇਦਾ ਹੋ ਜਾਏਗਾ। ਸੋ ਦਿਸ ਇਜ਼ ਪ੍ਰੀਟੀ ਮਚ that's all pretty much it is। maximum 40,000 applications। fees ਦੇ ਬਾਰੇ ਦੱਸਿਆ ਨਹੀਂ, ਜੋ ਵੀ ਕੁਝ ਫੀਸ ਹੋਗੀ ਪਤਾ ਲੱਗ ਜਾਏਗੀ। this is starting on May 6th। you have another 3 weeks and once the 41,000 applications। so ਇਹ ਤੇ ਹੋ ਗਿਆ second category। I'm not going to read the eligible trades। let's jump to the essential occupations। so
जिन्हां कोल एक्सपीरियंस है इन एसेंशियल ऑक्यूपेशन, दिस इज व्हाट इट इज। जिन्हां नजर आ रहा है सुखमन स्क्रीन पे? हाँ जी सर आ रहा है जी। सो जिन्हां कोल एक्सपीरियंस है उन्हां दी गल कर रहे हैं, भावें उन्हां कोल जे पढ़ाई है या नहीं है कैनेडा दी, वी डोंट केयर, बट इफ दे हैव बीन ऑन वर्क परमिट, जिन्हां कोल एक्सपीरियंस है, दे कैन अप्लाई। सो लेट्स जंप टू द एलिजिबिलिटी। एलिजिबिलिटी की है की रिक्वायरमेंट है, इत्थों शुरू करते हैं। आ देखो, जिन्हां कोल मिनिमम 1 ईयर एक्सपीरियंस है, जिन्हां कोल मिनिमम 1 ईयर एक्सपीरियंस है, भावें उन्हां दी एक्सप्रेस एंट्री से लग रही है नहीं लग रही है, मे बी बिकॉज ऑफ द नॉक्स C&D or whatever, but if you have 1 year experience in the last 3 years, eligible occupation ਆਪਾਂ ਦੇਖਾਂਗੇ ਥੱਲੇ, ਪਰ in the last 3 years ਉਹ eligible ਹੋ ਸਕਦੇ ਨੇ। ਇਹਦੇ ਵਿੱਚ ਇੱਕ ਤੇ ਹੈ stream A, stream A ਹੈ, stream A ਦੀ occupation ਆਪਾਂ ਦੇਖਾਂਗੇ ਠਹਿਰ ਕੇ। दूसरा है stream B। At the time experience भी है, तो at the time of application you must be employed in Canada। The number C is okay। CLB 4 which is pretty much very low IELTS, वो तो ज़रूरी है ही है। Reside in Canada with temporary valid status, that's okay। You know pretty much they are, maybe restore, must be physically present। Other than Quebec, Quebec ਦੇ ਬਾਹਰ ਦੀ ਗੱਲ ਹੋ ਰਹੀ ਹੈ ਸਾਰੀ, this is outside Quebec only। and that is it, online application। so ਆਪਾਂ ਉਹ ਦੇਖ ਲਈਏ ਕਿ ਕਿਹੜੇ family members they all also always included। I'm just going to look at the occupation, ਕਿਹੜੇ occupations ਹੈ। stream A ਦੀ 20,000 30,000, stream B। all right, so let's take a look at the occupations। ਮਜ਼ੇ ਦੀ ਗੱਲ ਹੈ occupations ਕਿਹੜੀਆਂ ਆ ਦੇਖੋ। ਹੈਲਥ ਰਿਲੇਟਡ ਆਕੂਪੇਸ਼ਨਸ ਹੈ ਅਨੈਕਸ। ਮੈਂ ਕਈ ਵਾਰ ਇਹਦੇ ਬਾਰੇ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ ਕਿ ਵੀ ਅਗਰ ਜੇ ਪੜ੍ਹਨਾ ਕਿਸੇ ਨੇ ਕੈਨੇਡਾ ਆ ਕੇ ਤੇ ਉਹ ਹੈਲਥ ਪੜ੍ਹੇ, ਨਰਸਿੰਗ ਪੜ੍ਹੇ, ਡਾਕਟਰੀ ਪੜ੍ਹੇ, ਮੈਡੀਸਨ ਪੜ੍ਹੇ, ਉਹਦਾ ਫਿਊਚਰ ਵੀ ਵਧੀਆ ਰਹੇਗਾ। ਤੇ PR ਲਈ ਤੁਹਾਨੂੰ ਦੇਖ ਰਹੇ ਹੋ ਕਿ ਵੀ ਹੈਲਥ ਆਕੂਪੇਸ਼ਨ ਨੂੰ ਜ਼ਿਆਦਾ ਫੋਕਸ ਕਰਦੇ ਆ। ਹੈਲਥ ਆਕੂਪੇਸ਼ਨ ਵਿੱਚ ਕਿਹੜੇ ਆ ਦੇਖ ਲਓ। ਨਰਸਿੰਗ ਤੋਂ ਸ਼ੁਰੂ ਹੋ ਗਏ, ਨਰਸਿੰਗ, ਡਾਕਟਰਸ, ਡੈਂਟਿਸਟ, ਇਹ ਤਾਂ ਬੜੇ ਹਾਈ ਲੈਵਲ ਦੇ ਆਕੂਪੇਸ਼ਨ ਦੇ। ਸਾਡੇ ਤੇ ਬੱਚੇ ਮੇਰੇ ਖਿਆਲ ਕੋਈ ਡਾਕਟਰੀ ਪੜ੍ਹਾਈ ਕਰਨ ਵਾਲੇ ਤਾਂ ਇੱਥੇ ਆਏ ਨਹੀਂ ਹੈ। Pharmacists, dietitians, physiotherapists, pretty much medical lab, respiratory, ਸਾਰੇ ਜਿਹੜੇ hospital ਵਾਲੇ, dental hygienist, ਕਈ ਲੋਕ हैं ਜਿਹੜੇ dental hygiene ਕੰਮ ਕਰ ਰਹੇ हैं, ਉਹਨਾਂ ਦੀ best opticians, LPN, licensed practical nurses, they will also be okay। massage therapists, dental assistants, social workers, home support workers। home support worker ਕਿਹੜੇ ਹੋ ਗਏ ਜਿਹੜੇ ਆਪਣਾ ਉਹ ਕੰਮ ਕਰਦੇ हैं, hospital ਜਾ ਕੇ ਕੰਮ ਕਰਦੇ हैं long term care ਵਿੱਚ। ਸਰ long term care ਚ ਵੀ ਤੇ ਜਾਂ ਜਿਵੇਂ ਜਿਹੜੇ 올ਡ ਏਜ ਕੇਅਰ ਹੋਮ ਜਿਹੜੇ ਵਾਸਤੇ ਛੋਟਿਆਂ ਦੇ, ਜਾਂ ਕਿਸੇ ਦੇ ਘਰ ਦੇ ਵਿੱਚ ਜਿਵੇਂ ਇੱਕ ਨਿਆਣੀ ਦੀ ਤਰ੍ਹਾਂ ਹੁੰਦਾ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਬਜ਼ੁਰਗ ਆ ਜਾਂ ਬੱਚਾ ਜਾਂ ਕੋਈ ਸਕੂਲ ਨਹੀਂ ਜਾਣਾ। ਜੀ ਸੋ ਉਹ ਸਾਰੇ ਕੁਆਲੀਫਾਈ ਕਰ ਰਹੇ ਹੈ। ਠੀਕ ਹੈ, ਉਹ ਤੇ ਹੋ ਗਏ ਸਾਰੇ ਹੈਲਥ ਕੇਅਰ। ਹੁਣ ਅਨੈਕਸ B ਦੇਖੀਏ, ਇਹ ਹੈ ਸਾਡੇ ਜਿਹੜੇ ਅਸਲੀ ਜਿਹੜੀ ਆਪਣੀ ਇੰਡੀਅਨ ਜਿਹੜੇ ਸਟੂਡੈਂਟ ਹੈ, ਸਪੈਸ਼ਲੀ ਪੰਜਾਬੀ ਸਟੂਡੈਂਟ ਜਿਹੜੇ ਆਪਣੇ ਛੋਟੇ ਡਿਪਲੋਮਾ ਕਰਕੇ ਪੜ੍ਹ ਰਹੇ ਹੈ, ਜਿਹੜੇ ਕੰਮ ਕਰ ਰਹੇ ਦੇਖੋ ਕੈਸ਼ੀਅਰ। ਹੁਣ ਕੈਸ਼ੀਅਰ ਕੌਣ ਹੈ? ਜਿਹੜੇ ਟਿਮੋਟਨ 'ਚ ਕੈਸ਼ੀਅਰ ਹੈ, 7-Eleven ਕੈਸ਼ੀਅਰ ਹੈ, ਜਾਂ ਕੋਈ ਗੈਸ ਸਟੇਸ਼ਨ ਛੋਟੇ ਕੈਸ਼ੀਅਰ ਹੈ, ਉਹ ਵੀ। ਐਂਡ ਦੀਜ਼ ਆਰ ਪ੍ਰੀਟੀ ਮਚ ਵੈਰੀ ਲੋ ਕੈਟੇਗਰੀਜ਼। ਆਈ ਮੀਨ ਦੀਜ਼ ਆਰ, ਇਹ ਡੈਫੀਨੇਟਲੀ ਇਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਕੁਆਲੀਫਾਈ ਨਹੀਂ ਕਰ ਸਕਦੇ, ਤੇ ਤਾਂ ਕਰਕੇ ਇਹਨਾਂ ਨੇ ਸਰਕਾਰ ਨੇ ਕਿਹਾ ਕਿ ਵੀ ਤੁਸੀਂ ਇੱਥੋਂ ਆ ਜਾਓ। ਕੈਸ਼ੀਅਰ ਹੋ ਗਿਆ, ਦੇਖੋ ਕੈਸ਼ੀਅਰ। ਆਹ ਦੇਖੋ ਜਿਹੜੇ ਵਾਲਮਾਰਟ 'ਚ ਕੰਮ ਕਰਦੇ ਆ, ਜਿਹੜੇ 6622 ਨਜ਼ਰ ਆ ਰਿਹਾ? ਹਾਂਜੀ हाँ, 6621 देखो, 6621 सर्विस स्टेशन अटेंडेंस, गैस स्टेशन वाले, सेल्स रिलेटेड, प्रीटी मच जिन्ने भी जूनियर लेवल सारे ऑक्यूपेशन है, सारे उन्होंने लपेट लिया, एक इकट्ठे कर लिया। बाकी दीज आर ट्रेड ऑक्यूपेशन। आई एम नॉट गोइंग टू रीड द ट्रेड ऑक्यूपेशंस। इतने साढ़े ज़्यादा है नहीं, पॉपुलेशन नहीं है, बट आई एम जस्ट गोइंग टू गो बैक टू, मैं इन्होंने पहले ही हाईलाइट कर रखा है तुहाडे लई। लुक एट दिस, ट्रक ड्राइवर। ਹੁਣ ਟਰੱਕ ਡਰਾਈਵਰ ਅਗਰ ਤੁਹਾਡੇ ਕੋਲ ਅਗਰ 1 ਸਾਲ ਦਾ ਐਕਸਪੀਰੀਅੰਸ ਹੈ, ਟਿਪੀਕਲੀ ਯੂ ਕੈਨ ਨਾਟ ਗੋ ਟੂ ਐਕਸਪ੍ਰੈਸ ਐਂਟਰੀ, ਪਰ ਟਰੱਕ ਡਰਾਈਵਰ ਵਿਲ ਅਪਲਾਈ ਇਨ ਦਿਸ। ਵਾਟ ਡੂ ਯੂ ਥਿੰਕ ਸੁਖਮਨ ਇਹਦੇ ਬਾਰੇ? 7511 ਸਰ ਇਹਦੇ ਚ ਸਭ ਤੋਂ ਜ਼ਿਆਦਾ ਫਾਇਦਾ ਤੇ ਇਹਨਾਂ ਨੂੰ ਹੀ ਹੋਣਾ, ਕਿਉਂਕਿ ਇਹ ਬੇਸ਼ੱਕ ਆਕੂਪੇਸ਼ਨ ਇਨ ਡਿਮਾਂਡ ਆਉਂਦੇ ਸੀ, ਬਟ ਇਹ ਨੌਕ B ਜਾਂ A ਦੇ ਵਿੱਚ 0 ਦੇ ਵਿੱਚ ਨਾ ਹੋਣ ਕਰਕੇ ਐਕਸਪ੍ਰੈਸ ਐਂਟਰੀ ਤੋਂ ਵਾਂਝੇ ਰਹਿ ਜਾਂਦੇ ਸੀ। ਹੁਣ ਇਹ ਆ ਕਿ ਇਹਨਾਂ ਨੂੰ ਕੀ ਕਰਨਾ ਪੈਂਦਾ ਸੀ? PNP ਥਰੂ ਜਾਣਾ ਪੈਂਦਾ ਸੀ। ਪਹਿਲੋਂ PNP ਅਪਲਾਈ ਕਰਦੇ ਸੀ, ਫਿਰ PNP ਤੋਂ ਬਾਅਦ ਚ PR ਵਾਸਤੇ ਅਪਲਾਈ ਕਰਦੇ ਸੀ, ਉਹਦੇ 1.5 ਸਾਲ 2 ਸਾਲ ਲੱਗ ਜਾਂਦੇ ਸੀ। ਸੋ ਇਹਨਾਂ ਲਈ ਇੱਕ ਗੋਲਡਨ ਚਾਂਸ ਹੈਗੀ, ਇਹ ਸਿੱਧਾ ਡਾਇਰੈਕਟਲੀ ਜਿਹੜਾ ਵਾ ਇਹ ਸਿੱਧੇ PR ਲਈ ਅਪਲਾਈ ਕਰ ਸਕਦੇ ਜੀ। ਸੋ ਇਹ ਬਹੁਤ ਹੀ ਐਕਸਾਈਟਿੰਗ ਐਕਚੁਅਲੀ ਕੈਟੇਗਰੀ ਹੈ। ਟਰੱਕ ਡਰਾਈਵਰ, ਜਿੰਨੇ ਵੀ ਟਰੱਕ ਡਰਾਈਵਰ ਸਾਡੀ ਗੱਲਬਾਤ ਸੁਣ ਰਹੇ ਹੈ, ਤੇ ਤੁਸੀਂ ਇਹ ਦੇਖ ਲਓ ਕਿ ਤੁਹਾਡੇ ਕੋਲ 1 ਈਅਰ ਐਕਸਪੀਰੀਅੰਸ ਚਾਹੀਦਾ, ਐਂਡ ਦੈਟਸ ਇਟ ਪ੍ਰੀਟੀ ਮਚ। CLB ਲੈਵਲ, IELTS 4 ਇਟਸ ਪ੍ਰੀਟੀ ਲੋ। 4 ਬੈਂਡ ਚਾਹੀਦੇ ਸਾਰੇ। ਹਾਂਜੀ,
4 ਬੈਂਡਸ ਚਾਹੀਦੇ ਆ। ਹਾਂਜੀ ਹਾਂਜੀ, 4 ਤੇ ਮੇਰੇ ਖਿਆਲ ਹਰ ਇੱਕ ਬੰਦਾ ਕਰ ਹੀ ਲੇਗਾ ਸ਼ਾਇਦ। ਬਸ 1 ਸਾਲ ਦਾ ਐਕਸਪੀਰੀਅੰਸ ਹੈ ਕਿ ਤੁਸੀਂ ਆਪਣੀ ਤਿਆਰੀ। ਜਿਹੜੇ ਸਟੂਡੈਂਟ ਆ ਉਹਨਾਂ ਲਈ ਮਤਲਬ ਬੜੀ ਵਧੀਆ ਇੱਕ ਓਪਰਚੁਨਿਟੀ ਹੈ ਕਿ ਉਹਨਾਂ ਨੂੰ ਵੀ ਸਿਰਫ 5 ਬੈਂਡ ਹੀ ਚਾਹੀਦੇ ਆ, 5 ਬੈਂਡ। ਉਹਨਾਂ ਨੂੰ ਅੱਗੇ ਹੁੰਦਾ ਸੀ ਜਿਵੇਂ ਕਿ 6 ਬੈਂਡ ਚਾਹੀਦੇ ਆ, ਉਹਦੇ ਐਕਸਪ੍ਰੈਸ ਐਂਟਰੀ ਲਈ ਮਿਨੀਮਮ ਨਹੀਂ ਹੋਣੇ ਚਾਹੀਦੇ ਉਸ ਤੋਂ no less than 6 ਬੈਂਡ। ਸੋ ਇਹਦੇ ਵਿੱਚ ਇਹ ਆ ਕਿ ਉਹਨਾਂ ਨੂੰ ਸਿਰਫ CLB 5 ਮਤਲਬ ਕਿ ਉਹਨਾਂ ਨੂੰ 5 ਬੈਂਡ ਚਾਹੀਦੇ ਆ ਆਈਲੈਟਸ ਦੇ ਵਿੱਚ। ट्रक ड्राइवर हो गया 7511, लुक एट 7512, बस ड्राइवर, सबवे ऑपरेटर, ट्रांजिट ऑपरेटर, बस ड्राइवर किहड़े बस ड्राइवर ज़्यादा अपने नहीं है। टैक्सी वाले देख लो 7513 टैक्सी वीर, डिलीवरी कोरियर सर्विस डिलीवरी किहड़े ਜਿਹੜੇ स्किप द डिशेस ਜਿਹੜੇ ਕਰਦੇ ਆ, व्हाट इज डिलीवरी कोरियर ਕਰਦੇ ਆ। ਜਿਵੇਂ ਕੋਈ ਜਿਵੇਂ Amazon ਦੇ ਜਿਹੜੇ ਆ ਉਹਨਾਂ ਦੀ ਡਿਲੀਵਰੀ ਕਰ ਰਿਹਾ, ਕੋਈ ਹੋਰ ਕਿਸੇ ਏਜੰਸੀ ਕੋਈ ਹੋਰ ਕੰਪਨੀਆਂ ਦੀ ਜਿਵੇਂ ਕਰ ਰਹੇ, FedEx ਦੀ ਕਰ ਰਹੇ ਆ। ਨਹੀਂ ਤੇ ਇਹਨਾਂ ਨੂੰ ਕੋਈ ਵੀ ਨਹੀਂ ਸੀ ਵਿਚਾਰਿਆਂ ਨੂੰ ਪੁੱਛਦਾ, ਇਹਨਾਂ ਨੂੰ ਕੋਈ ਸਕਿੱਲ ਦੇ ਵਿੱਚ ਨਹੀਂ ਸੀ ਆਉਂਦੀ। ਸੋ ਇਹ ਸਾਰੇ ਹੁਣ ਇਹਦੇ ਵਿੱਚ ਹੈ ਜੀ। ਸਾਰੇ ਦੇਖੋ ਕਿੰਨਾ ਸੁਨਹਿਰਾ ਮੌਕਾ ਹੈ ਐਕਚੁਅਲੀ ਇਹ ਸਾਰੇ ਲੋਕਾਂ ਦੇ। ਅੱਛਾ, ਫਿਰ ਆਗੇ ਹੈਵੀ ਇਕਵਿਪਮੈਂਟ ਆਪਰੇਟਰ, ਚਲੋ ਮੈਂ ਇਹਨਾਂ ਨੂੰ ਛੱਡ ਦੇਣਾ। ਹੈਵੀ ਆਪਰੇਟਰ, ਰੈਮ, ਹੋਰ ਕਿਹੜੇ, ਇਹ ਸਾਰੇ these are pretty much straight हार्वेस्टिंग लेबर। आ देखो हार्वेस्टिंग लेबर ਜਿਹੜੇ ਖੇਤਾਂ 'ਚ ਕੰਮ ਕਰ ਰਹੇ हैं, अपने लैंडस्केपिंग काम कर रहे हैं, माइन लेबर, फलाना लेबर, मतलब ये सारे आ गए हैं। और मेल पोस्टल डिलीवरी, लेटर कैरियर। आ देखो रिटेल सेल्स पर्सन ਜਿਹੜੇ ਛੋਟੇ ਕੰਮ ਕਰ ਰਹੇ ਨੇ, ਰਿਟੇਲ ਦਾ ਕੰਮ ਕਰਦੇ ਆ, ਜਿਹੜੇ ਆਪਣੇ ਦੁਕਾਨਾਂ ਤੇ ਕੋਈ ਫੋਨ ਵੇਚ ਰਿਹਾ, ਕੋਈ ਕੁਝ ਹੋਰ ਸਮਾਨ ਵੇਚ ਰਿਹਾ, ਕੁਛ ਹੈ। ਲਾਈਟ ਡਿਊਟੀ ਕਲੀਨਰ, ਆਈ ਵਾਸ ਸਰਪ੍ਰਾਈਜ਼ਡ ਐਟ ਲਾਈਟ ਡਿਊਟੀ ਕਲੀਨਰ, ਜਿਹੜੇ ਜੈਨੀਟੋਰੀਅਲ ਕੰਮ ਕਰਦੇ ਆ, ਜਿਹੜੇ ਸਾਫ ਸਫਾਈ ਵਾਲੇ, ਇਹ ਵੀ ਉਹਨੂੰ ਇਨਕਲੂਡ ਹੋ ਗਿਆ। ਡੈਟ ਮੀਨਸ ਕਿ ਇਹ ਐਕਚੁਅਲੀ ਪਰਪਸ ਹੈ ਕਿ ਸਰਕਾਰ ਨੂੰ ਇਹ ਪਤਾ ਹੈ ਕਿ ਵੀ ਇੰਨੇ ਲੋਕ ਕੰਮ ਕਰ ਰਹੇ ਕੋਵਿਡ ਕਰਕੇ, ਬਾਕੀ ਜੌਬਾਂ ਹੈ ਨਹੀਂ, ਜਿਹੜੇ ਲੋਕ ਕੰਮ ਕਰ ਰਹੇ ਉਹ ਕੰਮ ਕਰ ਰਹੇ ਮਤਲਬ ਐਟਲੀਸਟ ਦੇ ਐਮਪਲੋਇਡ, ਉਹਨਾਂ ਨੂੰ ਆਪਾਂ ਪੱਕੇ ਕਰੀਏ, ਬਜਾਏ ਕਿ ਬਾਹਰੋਂ ਜਾ ਕੇ ਐਕਸਪ੍ਰੈਸ ਐਂਟਰੀ ਦੇ ਵੱਡੇ ਜਿਹੜੇ ਕੰਪਿਊਟਰ ਸਾਫਟਵੇਅਰ ਇੰਜੀਨੀਅਰ ਜਾਂ ਫਲਾਣਾ ਉਹਨਾਂ ਨੂੰ ਲਿਆਉਣ ਦੀ ਬਜਾਏ ਇਹਨਾਂ ਨੂੰ ਪੱਕੇ ਕਰੀਏ। ਇਹ ਮੇਰੇ ਖਿਆਲ ਫਿਲਾਸਫੀ ਇਹਨਾਂ ਦੀ ਆ ਹੈ। ਸੋ ਇੱਕ ਗੱਲ ਵੀ ਪਤਾ ਲੱਗਦੀ ਆ ਕਿ ਇਹ ਜਿਹੜਾ ਐਕਸਪ੍ਰੈਸ ਐਂਟਰੀ ਵਾਲਾ ਜਿਹੜਾ ਇਹਨਾਂ ਨੇ 3 ਕੈਟਾਗਰੀਜ਼ ਮੇਨ ਰੱਖੀਆਂ ਨਾ, ਉਹ NOC A, NOC 0 A, B, ਸੋ ਇਹਨੂੰ ਇੱਕ ਤਰੀਕੇ ਨਾਲ ਨਾ ਅਲੱਗ ਕਰਨਾ ਚਾਹੁੰਦੇ ਆ ਕਿ ਉਹ ਤਾਂ ਬੈਨੀਫਿਟ ਆਪਣਾ ਲੈ ਹੀ ਰਹੇ ਆ, ਤੇ ਅਸੀਂ ਕਿਉਂ ਨਾ ਇੱਕ ਨਾਲ ਦੀ ਨਾਲ ਕੁਛ ਇਸ ਤਰ੍ਹਾਂ ਦਾ ਪਾਥਵੇ ਵੀ ਚਲਾਈਏ ਜਿਵੇਂ ਇਹਨਾਂ ਨੇ ਹੁਣ ਚਲਾਇਆ, ਕਿ ਜਿਹੜੇ ਵਿਚਾਰੇ NOC A ਜਾਂ B ਜਾਂ 0 ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਵੀ ਇਹ ਓਪਰਚੁਨਿਟੀ ਮਿਲੇ ਕਿ ਉਹ ਵੀ ਇੱਥੇ ਪੱਕੇ ਹੋ ਸਕਣ। ਸੋ ਇੱਕ ਤਰੀਕੇ ਨਾਲ ਜੇ ਤੁਸੀਂ ਵੇਖਿਆ ਜਾਵੇ ਤੇ ਇਹਦੇ ਚ ਮੋਸਟਲੀ ਜਿਹੜੀਆਂ NOC ਲੈਵਲਸ ਆ ਉਹ CD ਵਾਲੇ ਵੀ ਆ, ਜਾਂ ਇਸ ਤੋਂ ਬਾਅਦ ਚ ਸਟੂਡੈਂਟ ਕਰਤੇ ਕਿ ਉਹ ਵੀ ਜਿਹੜਾ ਆਉਣ ਵਾਲਾ ਟਾਈਮ ਆ, ਜਿਹੜਾ ਬੈਚ ਨੈਕਸਟ 1 ਈਅਰ ਬਾਅਦ ਆਉਣਾ ਸੀ, ਆਫਟਰ 1 ਈਅਰ ਜਿਨ੍ਹਾਂ ਨੇ B ਲਈ ਕੁਆਲੀਫਾਈ ਕਰਨਾ ਸੀ, ਉਹਨਾਂ ਨੂੰ ਹੁਣ ਹੀ ਇਹਨਾਂ ਨੇ ਨਾਲ ਹੀ ਪੱਕੇ ਕਰ ਦੇਣਾ। ਤੇ ਜਿਹੜੇ ਪੁਰਾਣੇ ਆ, ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਐਕਸਪ੍ਰੈਸ ਐਂਟਰੀ ਦੇ ਡਰਾਅ ਆ ਉਹ ਹੁਣ ਹੋਰ ਜ਼ਿਆਦਾ ਲੰਬੇ ਸਮੇਂ ਤੱਕ CEC ਦੇ ਹੀ ਆਉਣਗੇ। ਉਹਦੇ 'ਚ ਫਿਰ ਇਹ ਜਿਹੜੇ ਪੁਰਾਣੇ NOC A ਜਾਂ B ਵਾਲੇ ਜਿਹੜੇ ਇੱਧਰ ਨਹੀਂ ਆ ਸਕੇ, ਉਹਨਾਂ ਨੂੰ ਉਹਦੇ ਵਿੱਚ ਕਰਨਗੇ। ਸੋ ਇਹਨਾਂ ਦਾ ਜਿਹੜਾ ਮੇਨ ਪ੍ਰੋਗਰਾਮ, ਜਿਹੜਾ ਮੇਨ ਇਹਨਾਂ ਦਾ ਟੀਚਾ, ਉਹ ਇਹੀ ਲੱਗਦਾ ਕਿ ਸਾਲ ਦੇ ਐਂਡ ਤੱਕ ਜਿਹੜਾ ਵਾ ਬੈਕਲੌਗ ਜਿਹੜਾ ਵਾ ਕਾਫੀ ਹੱਦ ਤੱਕ ਉਹਨੂੰ ਖਤਮ ਕਰ ਦਿੱਤਾ ਜਾਵੇ। ਜੀ General farm worker, nursery, greenhouse, fishing, trapper, hunter, we don't have. Industrial, butcher, meat cutters भी, देखो meat cutters भी, of course pretty much is a skill job. Meat cutters, occupation, बाकी चलो फिर वो सारे ही हैं। So typically 6311 देखियो भला, 6311 हैगा? I'm sorry, 6311? हाँ जी, food supervisor. I don't see 63. I can search it out. Let's see if I can find it. 6311. 6311 नहीं है। 61 ਨਹੀਂ ਹੈ। ਇਹਦੇ ਤੋਂ ਇਹੀ ਕਲੀਅਰ ਕਿ ਉਹਨਾਂ ਨੇ ਇੱਕ ਤਰੀਕੇ ਨਾਲ ਐਕਸਪ੍ਰੈਸ ਐਂਟਰੀ ਦਾ ਰਾਹ ਖੋਲਤਾ ਕਿ ਤੁਸੀਂ ਉਹਦੇ ਚ ਆਓ ਐਕਸਪ੍ਰੈਸ ਐਂਟਰੀ ਦੇ ਵਿੱਚ, ਤੇ ਜਿਹੜੇ ਵਿਚਾਰੇ CD ਵਾਲੇ ਉਹਨਾਂ ਨੂੰ ਜ਼ਿਆਦਾ ਓਪਰਚੁਨਿਟੀ ਦਿੱਤੀ ਇਹਦੇ ਵਿੱਚ। I was surprised at the janitors. Look at janitors, मतलब ਕਈ ਲੋਕ ਜਿਹੜੇ ਆਪਣੇ ਛੋਟੇ ਜਿਹੜੇ ਨਾ ਉਹ LMI लेकर अपने काम कर रहे हैं, कोई ਸਾਫ ਸਫਾਈ ਦਾ ਕੰਮ ਕਰਦੇ, ਉਹਨਾਂ ਨੂੰ ਸਿਰਫ PNP ਦੇ ਇਲਾਵਾ ਹੋਰ ਕੋਈ ਤਰੀਕਾ ਹੈ ਨਹੀਂ, ਐਕਸਪ੍ਰੈਸ ਐਂਟਰੀ ਦਾ ਤਰੀਕਾ ਹੀ ਨਹੀਂ ਉਹਨਾਂ ਦਾ, ਅਨਲੈਸ ਕੋਈ ਸੁਪਰਵਾਈਜ਼ਰ ਵਾਲਾ ਬਣਦੇ ਹੋ, ਫਿਰ ਉਹ ਗੇਮ ਹੈ ਉਹਨਾਂ ਦੀ। ਬਾਕੀ ਇਹ ਜਿਹੜੇ ਜੈਨੀਟੋਰੀਅਲ ਕੰਮ ਕਰ ਰਹੇ, ਸਾਫ ਸਫਾਈ ਕੰਮ ਕਰ ਰਹੇ, ਡਾਇਰੈਕਟਲੀ ਇਹਦੇ ਵਿੱਚ ਐਂਟਰ ਕਰ ਸਕਦੇ ਆ ਆਫਟਰ 3 ਵੀਕਸ। 3 ਹਫ਼ਤੇ ਬਾਅਦ ਤੁਸੀਂ ਡਾਇਰੈਕਟਲੀ, ਅਗਰ ਜੇ ਤੁਹਾਡੇ ਕੋਲ ਦੋਸਤੋਂ ਅਗਰ ਤੁਹਾਡੇ ਕੋਲ ਅਗਰ 1 ਸਾਲ ਦਾ ਐਕਸਪੀਰੀਅੰਸ ਹੈ ਤੇ ਕੰਮ ਤੁਹਾਡਾ ਚੱਲ ਰਿਹਾ, ਯੂ ਆਰ ਇੰਪਲੋਇਡ ਰਾਈਟ ਨਾਓ, ਤੇ ਇੰਗਲਿਸ਼ ਆਪਣਾ IELTS ਕਰ ਲਓ ਫਟਾਫਟ, ਅਗਰ ਜੇ ਨਹੀਂ ਕੀਤਾ ਤੇ ਇਹ ਸਾਰੇ ਆਪਣੇ ਡਾਕੂਮੈਂਟਸ ਤੁਸੀਂ ਜਮ੍ਹਾਂ ਕਰੋ, ਤੁਹਾਡੀ ਫਾਈਲ ਲੱਗ ਸਕਦੀ ਹੈ। ਮਈ 6 ਨੂੰ ਇਹ ਸਾਰੇ ਗੇਟ ਖੁੱਲ ਜਾਣੇ, ਸਾਰੇ ਤਰ੍ਹਾਂ ਲੋਕਾਂ ਨੇ ਐਂਟਰ ਕਰ ਜਾਣਾ। ਆਈ ਐਮ ਵੈਰੀ ਐਕਸਾਈਟਿਡ ਅਬਾਊਟ ਟਰੱਕ ਡਰਾਈਵਰਸ ਤੇ ਹੁਣ ਜੈਨੀਟੋਰੀਅਲ ਰਿਟੇਲ ਵਾਲੇ ਛੋਟੇ ਕੰਮ ਜਿਹੜੇ ਕਰ ਰਹੇ, ਇਹਨਾਂ ਲਈ ਬਹੁਤ ਵਧੀਆ ਇੱਕ ਸੁਨਹਿਰਾ ਮੌਕਾ ਹੈ ਕਿ ਵੀ ਇਸ ਵਕਤ ਤੁਸੀਂ ਪੱਕੇ ਹੋ ਸਕਦੇ ਹੋ। ਲੁੱਕ ਐਟ ਹਾਰਵੈਸਟਿੰਗ ਲੇਬਰ, ਜਿਹੜੇ ਖੇਤਾਂ 'ਚ ਕੰਮ ਕਰ ਰਹੇ, ਕਈ ਲੋਕ ਜਿਹੜੇ BC ਕੰਮ ਕਰ ਰਹੇ, ਜਿਹੜੇ ਬੇਰੀਆਂ ਤੋੜ ਰਹੇ, ਅੰਗੂਰ ਤੋੜ ਰਹੇ, ਉਹ ਕਹਿੰਦੇ ਅਸੀਂ ਕਿਵੇਂ ਪੱਕੇ ਹੋਵਾਂਗੇ, ਇਸ ਤਰੀਕੇ ਨਾਲ ਪੱਕੇ ਹੋਗੇ ਤੁਸੀਂ। हार्वेस्टिंग लेबर देख लो, हार्वेस्टिंग लैंडस्केपिंग, ये फलाना।
ਸੋ ਇਹ ਹੈ ਅਸਲੀ ਜਿਹੜਾ ਮੌਕਾ ਉਹਨਾਂ ਲਈ delivery taxi. Look at this taxi driver. Can you believe this taxi driver? Taxi ਜਿਹੜੇ ਲੋਕ ਟੈਕਸੀ ਚਲਾ ਰਹੇ ਉਹ ਕਹਿੰਦੇ ਅਸੀਂ ਕਿੱਦਾਂ ਪੱਕੇ ਹੋਵਾਂਗੇ, ਨਾ ਐਕਸਪ੍ਰੈਸ ਐਂਟਰੀ, ਨਾ PNB, ਨਾ ਇਹ ਉਹਨਾਂ ਲਈ ਇਹ ਵਧੀਆ ਕੰਮ ਹੈ. ਸੋ this is in nutshell is the pretty much मतलब दो मेन pathways हैं. ਤੇ ਇਹਦੇ ਬਾਰੇ ਅਗਰ ਕਿਸੇ ਨੇ ਕੋਈ ਸਵਾਲ ਅਗਰ ਜਵਾਬ ਕਰਨਾ ਹੈ ਤਾਂ ਜ਼ਰੂਰ ਕਮੈਂਟ ਬਾਕਸ 'ਚ ਤੁਸੀਂ ਲਿਖ ਦੇਣਾ. ਬਾਕੀ ਮੈਂ ਇੱਕ within a day maybe sooner मैं एक रजिस्ट्रेशन फॉर्म बना देंगे जिन्होंने ने अपने अगर कुछ प्रोफाइलिंग अगर करनी है साढ़े थ्रू करवानी है तो अपने डॉक्यूमेंट्स तुसी अपलोड कर देना. फॉर एग्जांपल इंग्लिश का स्कोर, 1 ईयर वर्क एक्सपीरियंस, या तुहाडी पढ़ाई है, पढ़ाई का क्रेडेंशियल है वो कीता हुआ है, IELTS वगैरह सारे, वर्क परमिट की कॉपी सारे तुसी अपलोड करके कर देना. क्योंकि स्टार्टिंग May 5 तारीख को रात को ये सारा ये स्ट्रगल शुरू हो जाएगी कि भाई आई थिंक इफ दिस इज़ ऑनलाइन एप्लीकेशन ਜਿਹੜਾ ਫਸਟ ਇਨ ਫਸਟ ਆਊਟ ਜਿਹੜਾ ਪਹਿਲਾਂ ਚਲਾ ਗਿਆ ਅਦਰਵਾਈਜ਼ ਤੇ ਮਤਲਬ ਰਹਿ ਗਿਆ. ਸੋ ਉਹਦੇ ਲਈ ਮਤਲਬ ਪਹਿਲਾਂ ਇਨ ਐਡਵਾਂਸ ਤਿਆਰੀ ਕਰਨੀ ਜ਼ਰੂਰੀ ਹੈ. ਜੇ ਡਾਕੂਮੈਂਟਸ ਅਗਰ ਤਿਆਰ ਹੋਣਗੇ, ਮੇਰੇ ਖਿਆਲ ਉਹਨਾਂ ਦਾ ਮਕਸਦ ਹੀ ਹੈ ਕਿ ਸਾਰਾ ਅਨਾਊਂਸ ਕਰਨਾ ਇਨ ਐਡਵਾਂਸ ਕਿ ਤੁਸੀਂ ਆਪਣੀ ਕਮਰ ਕੱਸ ਲਓ, ਡਾਕੂਮੈਂਟਸ ਲਿਆਓ ਤੇ ਐਂਡ ਦੈਨ ਵੀ ਕੈਨ ਗੋ ਫਰਮ ਦੇਮ. ਸੋ ਦੈਟ ਇਜ਼ ਵਾਟ ਇਟ ਇਜ਼. ਆਈ ਐਮ ਨਾਟ ਗੋਇੰਗ ਟੂ ਗੋ ਥਰੂ ਫ੍ਰੈਂਕੋਫੋਨ ਕਿਉਂਕਿ ਸਾਡੇ ਜਿਹੜੇ ਕਲਾਇੰਟਸ ਹੈ ਜਿਹੜੇ ਫ੍ਰੈਂਚ ਵਗੈਰਾ ਜ਼ਿਆਦਾ ਨਹੀਂ ਬੋਲਦੇ, ਲੇਕਿਨ ਫ੍ਰੈਂਕੋਫੋਨ ਵੀ ਬਹੁਤ ਵਧੀਆ ਇੱਕ ਕੈਟੇਗਰੀ ਹੈ ਜਿਹੜੇ ਲੋਕ ਫ੍ਰੈਂਚ ਬੋਲਦੇ ਹੈ. ਤੇ ਉਹਨਾਂ ਲਈ ਤੇ ਮਤਲਬ ਕੋਈ ਕੋਟਾ ਵੀ ਨਹੀਂ ਹੈ, ਕੁਝ ਵੀ ਨਹੀਂ ਹੈ. ਐਂਡ ਇਨ ਫੈਕਟ ਦੇयर इज नॉट इवन अ जॉब ऑफर, ਉਹਨਾਂ ਲਈ ਜੌਬ ਆਫਰ ਵੀ ਸ਼ਾਇਦ ਨਹੀਂ ਹੈ. ਬਟ ਆਈ ਡਿਡਨਟ ਗੋ ਥਰੂ ਇਟ. I'm willing to bet that there's not even a job offer for francophones. So ਬਾਕੀ for now this is what it is. ਤੇ ਹੋਰ ਕੋਈ ਸੁਖਮਨ ਇਹਦੇ ਬਾਰੇ ਕੋਈ ਗੱਲ ਤੁਸੀਂ ਐਡ ਕਰਨਾ ਚਾਹੋਗੇ ਤੇ ਮੇਰਾ ਤੁਹਾਨੂੰ ਇੱਕ ਕੁਐਸਚਨ ਹੈ ਕਿ ਤੁਸੀਂ ਸਟੂਡੈਂਟ ਵਾਲੀ ਕੈਟਾਗਰੀ 'ਚ ਜਾ ਕੇ ਇਹ ਚੀਜ਼ ਵੇਖਿਓ ਕਿ ਇਹ ਉਹਨਾਂ ਨੂੰ ਜੌਬ ਕਰਦੇ ਹੋਣਾ ਜ਼ਰੂਰੀ ਹੈ ਜਾਂ ਉਹ ਫੁੱਲ ਮਤਲਬ ਉਹ ਵਰਕ ਪਰਮਿਟ ਤੇ ਹੋਣਾ ਇੰਨਾ ਹੀ ਕਾਫੀ ਹੈ. तो ये पॉइंट डी ਦੇ ਵਿੱਚ ਜਾਇਓ. हाँ मैं जा रहे ये आप स्टूडेंट वाले आ गए शुरू तो करना है. इन्होंने प्रोग्राम स्टडी की हुई है. that's good, that's wonderful. okay, I'll go through it. Be employed. देखो be employed with the work permit मतलब कि उन्होंने job, he must be employed right now. सर उन्होंने और भी यूज ਕੀਤਾ ना authorization to work. नहीं वो तो है ना कि बी एम्प्लॉयड विद अ वैलिड परमिट और ऑथराइजेशन टू वर्क. और का मतलब ये है कि वैलिड परमिट और ऑथराइजेशन टू वर्क. एम्प्लॉयड का और नहीं है. बी एम्प्लॉयड तो ਉਹਨਾਂ ਦੀ ਨੌਕਰੀ ਚਾਹੀਦੀ. ਪਰ ਅਸਲੀ ਚੀਜ਼ ਜਿਹੜੀ ਸਮਝ ਵਾਲੀ ਹੈ ਕਿ ਬਈ ਉਹਨਾਂ ਦਾ ਕੋਈ ਮਿਨੀਮਮ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੈ ਜਿਹੜਾ ਦੂਸਰੇ ਸੈਕਟਰ ਵਿੱਚ ਹੈ ਕਿ ਮਿਨੀਮਮ 12 ਮਹੀਨੇ. ਇੱਥੇ ਮਤਲਬ ਜੇ ਪੜ੍ਹਾਈ ਕਰ ਲਈ ਤੇ ਤੁਹਾਡੇ ਕੋਲ ਜੌਬ ਹੈ, you are ready to on ਪਹਿਲੇ ਫਸਟ ਦਿਨ ਤੇ ਤੁਸੀਂ ਆਪਣਾ you can start your application. ਤੇ ਸਰ ਉਹਨਾਂ ਨੇ ਇਹਦੇ ਵਿੱਚ ਸ਼ਾਇਦ ਤੁਸੀਂ ਇਹਨੂੰ ਵੀ ਹਾਈਲਾਈਟ ਕਰ ਦਿਓ ਕਿ ਉਹਨਾਂ ਨੇ ਕਿਹਾ ਸਿਰਫ ਜਿਹੜਾ ਬੈਂਚਮਾਰਕ ਹੈ CLB ਉਹ 5 ਹੀ ਚਾਹੀਦਾ ਬਸ. ਹਾਂਜੀ ਜਸਟ ਰਾਈਟ ਮੈਂ ਕਰ ਦੇਣਾ ਹਾਈਲਾਈਟ ਐਜ਼ ਅ 5 here it is. ਕੱਲ ਪਰਸੋਂ ਹੀ ਮੈਂ ਕਿ I'm talking to clients every day. Yesterday I forgot her name actually. I was talking to a girl in Prince Rupert Island in BC. वो भी मेरे ख्याल है कि she passed out and she is अगर जो मेरी गल सुन रही है, she is from I think South India. So if you are listening to my voice, please get back to me again because I know you are working in Prince Rupert Island. You're working in Walmart and you have a job but you don't have 1 year experience. I think you are working for the past 2 months or 3 months and you have good English. This is exactly the thing for you. This is a God-given opportunity for you to apply. So इस तरह जिन्ने भी लोग हैं ਜਿਹੜੇ ਮਤਲਬ ਕਿ ਗ੍ਰੈਜੂਏਟ ਕਰ ਚੁੱਕੇ ਹੈ, ਜਿਹੜਾ ਕੋਲ ਨੌਕਰੀ ਹੈ ਪਰ ਮਿਨੀਮਮ ਐਕਸਪੀਰੀਅੰਸ ਕੁਛ ਨਹੀਂ ਹੈ, ਦੇ ਕੈਨ ਨਾਟ ਗੋ ਟੂ ਐਕਸਪ੍ਰੈਸ ਐਂਟਰੀ ਪਰ ਦਿਸ ਇਜ਼ ਦ ਵੇ ਯੂ ਕੈਨ ਗੋ. ਆਪਣੇ ਆਈਲੈਟਸ ਆਪਣਾ ਕਰ ਲਓ ਤਿਆਰ. ਆਈਲੈਟਸ ਦਾ ਕੀ ਹਾਲ ਹੈ ਸੁਖਮਨ? ਉੱਥੇ ਆਈਲੈਟਸ ਦੀ ਅਪਾਇੰਟਮੈਂਟ ਡੇਟ ਤੇ ਮੇਰੇ ਖਿਆਲ ਮਿਲ ਨਹੀਂ ਰਹੀ ਹੋਏਗੀ ਸ਼ਾਇਦ. ਨਹੀਂ ਸਰ ਉਹਨਾਂ ਦੀਆਂ ਜਿਹੜੀਆਂ ਸਾਈਟਸ ਆ ਉਹ ਕ੍ਰੈਸ਼ ਹੋ ਗਈਆਂ ਆ, ਕੋਈ ਨਹੀਂ ਚੱਲ ਰਹੀ ਹੈ ਇਸ ਟਾਈਮ. ਮੈਨੂੰ ਲੱਗਦਾ ਨਹੀਂ ਇਹਦੇ 'ਚ ਜੋ ਸਰ ਮੈਨੂੰ ਕਿਉਂਕਿ ਜਦੋਂ ਇਹਨਾਂ ਨੇ ਪੇਰੈਂਟਸ ਵਾਲਾ ਕੀਤਾ ਸੀ 2019 ਦੇ ਵਿੱਚ ਫਸਟ ਕਮ ਫਸਟ ਸਰਵ ਵਾਲਾ, ਉਹਦੇ ਵਿੱਚ ਇਹ ਸੀਗੀ ਸ਼ਾਇਦ ਕੁਛ ਮਿੰਟ ਚੱਲੀ ਸੀ ਸਾਈਟ ਤੇ ਜਿਹੜਾ ਉਹਨਾਂ ਦਾ ਕੋਟਾ ਸੀ 27,000 ਦਾ ਉਹ ਪੂਰਾ ਹੋ ਗਿਆ ਸੀ. ਤੇ ਮੈਂ ਕਿਉਂਕਿ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਬਟ ਮੈਨੂੰ ਨਹੀਂ ਲੱਗਦਾ ਕਿ ਇੱਕ ਦਿਨ ਤੋਂ ਵੱਧ ਜਾਂ ਕੁਛ ਘੰਟੇ ਤੋਂ ਵੱਧ ਪ੍ਰੋਗਰਾਮ ਚੱਲੂਗਾ ਜਿੰਨਾ ਇਹਨਾਂ ਦਾ ਹੈਗਾ ਆ ਟੀਚਾ ਟਾਰਗੇਟ ਜਿਹੜਾ 40,000 ਦਾ ਜਿਹੜਾ ਸਟੂਡੈਂਟ ਵਾਸਤੇ, 20,000 ਦਾ ਜਿਹੜਾ ਹੈਲਥ ਕੇਅਰ ਸੈਕਟਰ ਵਾਸਤੇ ਤੇ 30,000 ਜਿਹੜਾ ਐਸੈਂਸ਼ੀਅਲ ਕੇਅਰ ਵਾਸਤੇ. ਇਹ ਮੈਨੂੰ ਲੱਗਦਾ ਕਿ ਕੁਛ ਕੁ ਘੰਟੇ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਪੂਰਾ ਟਾਰਗੇਟ ਹੋ ਜਾਣਾ ਕਿਉਂਕਿ ਇਹ ਇੰਨੇ ਜ਼ਿਆਦਾ ਵੀ ਨਹੀਂ. ਹੁਣ ਜਿਹੜੇ ਸਟੂਡੈਂਟ ਆ ਤੁਸੀਂ ਮੰਨ ਕੇ ਚਲੋ 1 ਸਾਲ ਦੇ ਵਿੱਚ 4 ਲੱਖ 5 ਲੱਖ ਦੇ ਕਰੀਬ ਸਟੂਡੈਂਟ ਆ ਰਿਹਾ ਕੈਨੇਡਾ ਦੇ ਵਿੱਚ ਤੇ
ਪਿਛਲੇ 2017 ਤੋਂ ਬਾਅਦ ਜਿਹੜੇ ਗ੍ਰੈਜੂਏਟ ਹੋਏ ਉਹਨਾਂ ਨੂੰ ਲੈਣਾ, ਤੇ ਤੁਸੀਂ ਆਪ ਸੋਚੋ ਕਿ ਕਿੰਨੇ ਸਟੂਡੈਂਟ ਹੋਣਗੇ ਜਿਹੜੇ ਇਹਦੇ ਵਾਸਤੇ ਅਪਲਾਈ ਕਰਨਗੇ, ਤੇ ਜਿਹੜਾ ਟਾਰਗੇਟ ਆ ਜਿਹੜਾ ਕੋਟਾ ਆ ਸਿਰਫ ਉਹ ਹੈਗਾ 40,000 ਦਾ। ਸੋ ਇਹਦੇ ਚ ਤਾਂ ਇਹੀ ਆ ਕਿ ਜਿਹੜਾ ਇਹ ਇੱਕ ਲੋਟਰੀ ਦੀ ਤਰ੍ਹਾਂ ਆ, ਜਿਹਦੀ ਲੋਟਰੀ ਨਿਕਲ ਆਈ ਬਸ ਉਹ PR ਆ। ਤੇ ਔਰ ਇਹ ਕੋਈ ਪਾਇਲਟ ਪ੍ਰੋਗਰਾਮ ਨਹੀਂ ਹੈ, ਇਹਦੇ ਚ ਜਿਹੜੀ PR ਅਪਲਾਈ ਹੋਊਗੀ ਉਹ ਜਿਹੜਾ ਉਹਦਾ ਜਿਹੜਾ ਸਾਰਾ ਪ੍ਰੋਸੈਸ ਹੋਊਗਾ ਸ਼ਾਇਦ 1 ਤੋਂ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ ਜਾ ਕੇ। ਇਹ ਐਕਸਪ੍ਰੈਸ ਐਂਟਰੀ ਵਾਂਗੂ ਨਹੀਂ ਹੈ ਕਿ ਇਹ 3 ਜਾਂ 4 ਮਹੀਨੇ ਦੇ ਵਿੱਚ ਜਿਹੜਾ ਜਾਂ 5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਵੇ। ਸੋ ਇਹਦੇ ਲਈ ਮੈਂ ਵੀ ਥੋੜਾ ਜਿਹਾ ਇੱਥੇ ਦੱਸਣਾ ਚਾਹੂੰਗੀ, ਆਲਰੇਡੀ ਜਿਹੜੇ ਸਾਡੇ ਕਲਾਇੰਟਸ ਆ ਉਹ ਸਾਨੂੰ ਕਾਲ ਕਰ ਰਹੇ ਆ, ਤੇ ਅਸੀਂ ਇਹਦਾ ਇੱਕ ਵੱਖਰਾ ਸੈਟਅਪ ਕਰ ਰਹੇ ਹਾਂ ਕਿ ਜਿੰਨੀਆਂ ਵੀ ਸਾਡੇ ਕੋਲ ਫਾਈਲਸ ਆਉਣਗੀਆਂ, ਅਸੀਂ ਇੱਕ ਪਰਸਨ ਨੂੰ 2 ਤੋਂ ਵੱਧ ਫਾਈਲਸ ਨਹੀਂ ਦੇਵਾਂਗੇ, ਕਿਉਂਕਿ ਇਹੋ ਜਿਹੇ ਮਸਲਿਆਂ 'ਚ ਕੀ ਹੁੰਦਾ ਕਿ ਇੱਕ ਬੰਦੇ ਨੂੰ ਜਦੋਂ ਆਪਾਂ 5 ਜਾਂ 7 ਜਾਂ 10 ਫਾਈਲਸ ਡਿਸਟ੍ਰੀਬਿਊਟ ਕਰ ਦਿੰਦੇ, ਤੇ ਉਹ ਜਿੰਨੇ ਚਿਰ ਨੂੰ ਇੱਕ ਦੀ ਸਬਮਿਟ ਕਰਦਾ ਜਾਂ ਦੂਸਰੇ ਦੀ ਕਰਦਾ, ਉਨੇ ਟਾਈਮ ਨੂੰ ਟਾਰਗੇਟ ਹੀ ਪੂਰਾ ਹੋ ਜਾਂਦਾ। ਸੋ ਅਸੀਂ ਇੱਕ ਤਰ੍ਹਾਂ ਦਾ ਸੈਟਅਪ ਇਸ ਤਰ੍ਹਾਂ ਕਰ ਰਹੇ ਹਾਂ ਕਿ ਜਿਹੜਾ ਇੱਕ ਪਰਸਨ ਹੈ 2 ਤੋਂ ਵੱਧ ਫਾਈਲ ਨਹੀਂ ਸਬਮਿਟ ਕਰੂਗਾ, ਕਿਉਂਕਿ ਸਾਨੂੰ ਪਤਾ ਕਿ ਇਹਦੇ 'ਚ ਟਾਈਮ ਸ਼ਾਇਦ ਜਿਹੜਾ ਉਹ ਲਿਮਿਟਡ ਜਿਹਾ ਹੀ ਹੋਣਾ ਜਾਂ ਕੁਝ ਘੰਟੇ ਦਾ ਹੀ ਹੋਣਾ, ਤੇ ਜਿਹੜੀ ਸਾਈਟਸ ਆ ਉਹਨਾਂ ਦੀ ਉਹ ਕ੍ਰੈਸ਼ ਵੀ ਹੋ ਸਕਦੀ ਹੈ ਜਾਂ ਉਹ ਬਿਲਕੁਲ ਸਲੋ ਵੀ ਹੋ ਸਕਦੀ ਹੈ। ਸੁਖਮਨ, ਸਾਡੇ ਜਿਹੜੇ ਕਲਾਇੰਟਸ ਹੈ ਪਿਛਲੇ 3 ਸਾਲ ਦੇ ਦੌਰਾਨ ਕਈ ਜਿਹੜੇ ਵਰਕ ਪਰਮਿਟ ਤੇ ਪਹੁੰਚੇ ਹੋਏ ਆ, ਜਿਹੜੇ ਸਪਾਊਸ ਓਪਨ ਵਰਕ ਪਰਮਿਟ ਪਹੁੰਚੇ, ਜਿਹੜੇ ਕੰਮ ਕਰ ਰਹੇ ਈਵਨ ਐਜ਼ ਅ ਟਰੱਕ ਡਰਾਈਵਰ, ਟੈਕਸੀ ਡਰਾਈਵਰ, ਵਟਐਵਰ। ਦੋਸਤੋ, ਅਗਰ ਸਾਡੀ ਘਰ ਗੱਲਬਾਤ ਸੁਣ ਰਹੇ ਹੋ, ਜੇ ਤੁਹਾਡੇ ਕੋਲ ਅਗਰ 1 ਸਾਲ ਦਾ ਐਕਸਪੀਰੀਅੰਸ ਹੈ ਤੇ ਇੰਗਲਿਸ਼ ਦਾ ਆਪਣਾ ਕਰ ਲਓ, ਤੇ ਸੁਖਮਨ ਨੂੰ ਕੰਟੈਕਟ ਜ਼ਰੂਰ ਕਰ ਲੈਣਾ ਤੁਸੀਂ, ਈਮੇਲ ਕਰਕੇ ਜਾਂ ਰਜਿਸਟ੍ਰੇਸ਼ਨ ਕਰਕੇ, ਜਾਂ ਮੈਂ ਐਕਚੁਅਲੀ ਫਾਰਮ ਮੈਂ ਜਨਰੇਟ ਕਰ ਦਾਂਗਾ ਵਿਦਿਨ ਅ ਡੇ ਟੂਡੇ। ਉੱਥੇ ਤੁਸੀਂ ਆਪਣਾ ਪ੍ਰੋਫਾਈਲ ਆਪਣਾ ਅਪਲੋਡ ਕਰਕੇ ਡਾਕੂਮੈਂਟ ਸਾਨੂੰ ਦੇ ਦਿਓ, ਕਿਉਂਕਿ ਅਸੀਂ ਤਿਆਰੀ ਕਰਨੀ। ਅਗਰ ਮਈ 6 ਨੂੰ ਇਹ ਮਹਾਭਾਰਤ ਸ਼ੁਰੂ ਹੋ ਜਾਣਾ ਹੈ, ਸੋ ਵੀ ਨੀਡ ਟੂ ਗੈਟ ਰੈਡੀ ਇਨ ਐਡਵਾਂਸ ਕਿ ਵੀ ਤੁਹਾਡੀ ਐਪਲੀਕੇਸ਼ਨ ਅੰਦਰ ਪਹੁੰਚ ਜਾਏ। ਸੋ ਇਹ ਸਾਡਾ ਪਰਪਸ ਇਹ ਸੀਗਾ ਐਕਚੁਅਲੀ, ਕਿਉਂਕਿ ਅਫਵਾਹ ਬਹੁਤ ਹੈ ਗੂਗਲ 'ਤੇ ਕਿ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਸੋ ਮੇਰਾ ਇਹ ਇਨੀਸ਼ੀਅਲ ਪਰਪਸ ਸੀ ਕਿ ਮੈਂ ਆਪਣੇ ਆਪ ਜਾ ਕੇ ਇਹਨੂੰ ਚੈੱਕ ਕਰਾਂ, ਇਹਨੂੰ ਸਕਰੂਟਨਾਈਜ਼ ਕਰਾਂ ਕਿ ਵੀ ਰਿਐਲਿਟੀ ਕੀ ਹੈ, ਅਸਲੀਅਤ ਕਿਵੇਂ ਕਿਸ ਤਰ੍ਹਾਂ ਅਪਲਾਈ ਹੋਏਗਾ। ਸੋ ਵੀ ਹੈਵ ਡਿਸਕਸ ਦਿਸ ਟੁਡੇ। ਸੋ ਥੈਂਕ ਯੂ ਵੈਰੀ ਮਚ ਫॉर योर टाइम एंड प्लीज़ राइट योर कमेंट्स। अगर ਤੁਸੀਂ ਵੀ ਅਗਰ ਅਪਲਾਈ ਕਰਨਾ ਹੈ ਕੁਛ, whatever, if you have interest, so leave your email or whatever inside comment box, then we can go from there, and I hope to help as many as possible. I'm very excited about truck drivers, taxi drivers, janitorial staff, retail clerk staff, ਜਿਹੜੇ ਵਾਲਮਾਰਟ ਤੇ ਜਿਹੜੇ ਉਹ ਸ਼ੈਲਫ ਨੂੰ ਸਟਾਕਿੰਗ ਕਰ ਰਹੇ ਹੈ, ਛੋਟੇ ਉਸ ਤਰ੍ਹਾਂ ਕੰਮ ਕਰ ਰਹੇ ਹੈ, ਜਿਹੜੇ ਨਾਰਮਲੀ ਦੇ ਡੋਂਟ ਕੁਆਲੀਫਾਈ ਫॉर एनी अदर थिंग, I think they will qualify here. So that's all I have to say. So I'll talk to you later, and watch out for my link down below the comment box of a registration form where you can upload your documents, and then I hope to talk to some of the people who can be successfully. मैं सोच रहा हूँ कि अगर मई 6 ਨੂੰ ਅਸੀਂ ਅਗਰ at least it all depends on how fast it goes, अगर at least 20-25 एप्लीकेशन भी सक्सेसफुल हो गई, बहुत बड़ी कामयाबी हो जाएगी। What do you think? हाँ जी सर, बिल्कुल। मतलब देखो ਕੀ ਬਣਦਾ ਉਸ ਟਾਈਮ, ਕਿਸ ਤਰ੍ਹਾਂ ਇਹਨਾਂ ਦਾ ਸਿਸਟਮ ਚੱਲਦਾ ਆ, ਸਿਸਟਮ ਚੱਲਦਾ ਵੀ ਆ ਕਿ ਨਹੀਂ ਚੱਲਦਾ। ਬਟ ਮੈਨੂੰ ਲੱਗਦਾ ਆ ਕਿ ਸ਼ਾਇਦ 6 ਤਰੀਕ ਦੀ ਜਿਹੜੀ ਸਵੇਰ ਹੋਊਗੀ ਇੱਥੇ ਕੈਨੇਡਾ ਦੇ ਵਿੱਚ, ਜਾਂ 6 ਤਰੀਕ ਦਾ ਦਿਨ ਹੋਊਗਾ, ਉਸ ਦਿਨ ਹੀ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਕਿਹੜੇ ਲੋਕ ਜਿਹੜੇ ਆ ਉਹ ਇਹਦੇ ਲਈ ਕੁਆਲੀਫਾਈ ਕਰ ਗਏ ਆ, ਜਾਂ ਉਹਨਾਂ ਨੂੰ ਉਹ ਕਨਫਰਮੇਸ਼ਨ ਆ ਗਈ ਆ। ਸੋ ਇਹਦੇ 'ਚ ਬੜੀ ਹੈਰਾਨੀ ਦੀ ਗੱਲ ਇੱਕ ਇਹ ਆ ਕਿ ਪਹਿਲੋਂ ਸਾਰੇ ਜਿਹੜੇ ਕੰਮ ਕਰਦੇ ਸੀ ਗਰੋਸਰੀ ਸਟੋਰ ਤੇ ਜਾਂ ਕਿਤੇ ਵੀ, ਜਾਂ ਕਿਸੇ ਟਿਮ ਹੋਟਲ ਤੇ ਜਾਂ ਕਿਤੇ ਹੋਰ, ਉਹਨਾਂ ਦੀ ਆਪਣੇ ਇੰਪਲੋਇਰ ਦੇ ਨਾਲ ਇਹੀ ਲੜਾਈ ਚੱਲਦੀ ਸੀ, ਕਿਚ ਚੱਲਦੀ ਹੁੰਦੀ ਸੀ ਕਿ ਸਾਨੂੰ ਫੂਡ ਸੁਪਰਵਾਈਜ਼ਰ ਦੀ ਲੈਟਰ ਦੇ ਦਿਓ। ਤੇ ਮੈਨੂੰ ਲੱਗਦਾ ਕਿ ਹੁਣ ਉਹ ਕਹਿਣਗੇ ਕਿ ਫੂਡ ਸੁਪਰਵਾਈਜ਼ਰ ਦੀ ਲੈਟਰ ਨਾ ਦਿਓ, ਹੋਰ ਜਿਹੜੀ ਮਰਜ਼ੀ ਦੇ ਦਿਓ ਜੋਬ ਲੈਟਰ, ਕਿਉਂਕਿ ਸ਼ਾਇਦ ਹੁਣ ਜਿਹੜੇ ਫੂਡ ਸੁਪਰਵਾਈਜ਼ਰ ਆ ਉਹ ਇਹਦੇ ਵਿੱਚ ਨਹੀਂ ਸ਼ਾਇਦ। ਹੁਣ ਬਾਕੀ ਅਸੀਂ ਫਿਰ ਦੁਬਾਰਾ ਇੱਕ ਵਾਰ ਇਹਨੂੰ ਸਟੱਡੀ ਕਰਾਂਗੇ ਕਿ ਕਿਸੇ ਤਰੀਕੇ ਦੇ ਨਾਲ, ਕੋਈ ਹੋਰ ਤਰੀਕੇ ਨਾਲ ਉਹ ਫਿੱਟ ਬੈਠਦੇ ਹੋਣ, ਜਾਂ ਕੋਈ ਕੈਟਾਗਰੀ ਇਸ ਤਰ੍ਹਾਂ ਦੀ ਹੋਵੇ ਜਿਹਦੇ ਵਿੱਚ ਉਹ ਕੁਆਲੀਫਾਈ ਕਰਦੇ ਹੋਣ। ਇਹ ਟਾਈਮ ਬਾਈ ਟਾਈਮ ਪਤਾ ਲੱਗੂਗਾ। ਸੋ ਬਾਕੀ ਮੇਰੀ ਵੀ ਰਿਕੁਐਸਟ ਸਾਰਿਆਂ ਨੂੰ ਇਹੀ ਆ ਕਿ ਇੱਕ ਤਾਂ ਉਹ ਖੁਦ ਸਰਚ ਕਰਨ, ਕਿਉਂਕਿ ਇਹਦੇ 'ਚ ਕੋਈ ਇਸ ਤਰ੍ਹਾਂ ਦੀ ਰੌਕਟ ਸਾਇੰਸ ਨਹੀਂ। ਉਹ ਸਰਚ ਕਰਕੇ ਦੇਖਣ ਕਿ ਉਹਨਾਂ ਦਾ ਜਿਹੜਾ ਨੌਕ ਕੋਡ ਆ, ਜਿਹੜਾ ਜੋਬ ਜਿਹੜੀ ਉਹ ਕਰ ਰਹੇ ਆ, ਜੋਬ ਟਾਈਟਲ ਆ, ਉਹ ਕੀ ਇਸ ਦੇ ਨਾਲ ਮੈਚ ਕਰਦਾ। ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਕਰਦਾ, ਤੇ ਸਾਨੂੰ ਕਾਲ ਕਰ ਸਕਦੇ। ਜੇ ਇਹਨਾਂ ਨੂੰ ਨਹੀਂ ਵੀ ਸਮਝ ਲੱਗਦੀ, ਉਹ ਤਾਂ ਵੀ ਸਾਨੂੰ ਕਾਲ ਕਰ ਸਕਦੇ ਜਾਂ ਮੈਸੇਜ ਕਰ ਸਕਦੇ ਆ। ਸੋ ਜਿਹਦੇ ਤਰੀਕੇ, ਜਿਸ ਵੇ ਦੇ ਨਾਲ ਅਸੀਂ ਉਹਨਾਂ ਨੂੰ ਫਿਰ ਦੱਸ ਸਕਦੇ ਹਾਂ ਕਿ ਉਹ ਇਹਦੇ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ ਕਰ। ਔਰ ਸਰ ਇਹਦੇ 'ਚ ਇੱਕ ਹੋਰ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਫਾਈਲ ਅਪਲਾਈ ਕਰਨੀ, ਤੁਸੀਂ ਕੈਨੇਡਾ ਹੋਣੇ ਚਾਹੀਦੇ, ਤੇ ਜਦੋਂ ਤੁਹਾਡੀ ਅਪਰੂਵਲ ਆਉਣੀ ਉਦੋਂ ਵੀ ਤੁਸੀਂ ਕੈਨੇਡਾ ਹੋਣੇ ਚਾਹੀਦੇ। That's right. ਕੋਈ ਸਟੂਡੈਂਟ ਜਾਂ ਕੋਈ ਕੰਮ ਕਰਕੇ ਹੁਣ ਉਹ ਇੰਡੀਆ ਚਲੇ ਗਿਆ ਆ, ਤੇ ਉਹ ਸੋਚ ਰਿਹਾ ਹੈ ਕਿ ਮੈਂ ਇੰਡੀਆ ਤੋਂ ਆਪਣੀ ਫਾਈਲ ਸਬਮਿਟ ਕਰ ਦਾਂਗਾ, ਉਹਨਾਂ ਨੂੰ ਬੀ ਪ੍ਰੈਜ਼ੈਂਟ ਇਨ ਕੈਨੇਡਾ, ਇਸ ਚੀਜ਼ ਨੂੰ ਮਾਈਂਡ 'ਚ ਰੱਖਣਾ ਪੈਣਾ। ਤੇ ਜੇ ਕੋਈ ਕੈਨੇਡਾ ਹੁਣ ਇੰਡੀਆ ਹੈ ਵੀ ਆ,
ਤੇ ਉਹ ਆਪਣੀ ਫਲਾਈਟਸ ਲੈ ਕੇ ਜਿਹੜੀ ਵੀ ਉਹਨਾਂ ਨੂੰ ਮਿਲਦੀਆਂ ਵਾ ਉਹ ਲੈ ਕੇ ਤੇ ਉਹ ਜਲਦੀ ਤੋਂ ਜਲਦੀ ਕੈਨੇਡਾ ਪਹੁੰਚਣ। जी 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 हाँ वो फ्लाइटा दे वो लग जाएगा सामने फ्लाइट चल भी चल या चलो थैंक यू वेरी मच सुखमन आई विल टॉक टू यू लेटर फिर ਆਪਾਂ ਕੁਝ ਹੋਰ ਕੋਈ